ਕਿਸਾਨ ਸਿੱਧੇ ਰੂਪ ਦੇ ਵਿੱਚ ਇਹ ਕਹਿ ਰਿਹਾ ਕਿ ਸਾਡੇ ਨਾਲ ਧੋਖਾ ਹੋਇਆ। ਬੀਜੇਪੀ ਇਹ ਕਹਿੰਦੀ ਸੀ ਕਿ ਐਮਐਸਪੀ ਖਤਮ ਨਹੀਂ ਹੋਗੀ, ਪਰ ਇਸ ਕਾਨੂੰਨ ਦੇ ਵਿੱਚ, ਇਸ ਬਿੱਲ ਦੇ ਵਿੱਚ ਐਮਐਸਪੀ ਦਾ ਕੋਈ ਜ਼ਿਕਰ ਨਹੀਂ ਆ ਤੇ ਐਮਐਸਪੀ ਖਤਮ ਹੋਣੀ ਹੀ ਹੋਣੀ। ਇਹ ਕਿਸਾਨਾਂ ਦੇ ਲਈ ਇੱਕ ਬੜਾ ਵੱਡਾ ਅਵਸਰ ਆਇਆ ਜਿਹਦੇ ਵਿੱਚ ਉਹ ਇਕੱਲੇ ਹੀ ਕਿਸਾਨੀ ਤੱਕ ਸੀਮਤ ਨਹੀਂ ਰਹਿਣਾ, ਉਹ ਵਪਾਰੀ ਵੀ ਬਣ ਸਕਦਾ, ਉਹ ਐਕਸਪੋਰਟਰ ਵੀ ਬਣ ਸਕਦਾ। ਤੁਹਾਨੂੰ ਪਤਾ ਹੈ ਕਿ ਜਦੋਂ ਕਣਕ ਵੱਢੀ ਜਾਂਦੀ ਹੈ ਜਾਂ ਝੋਨਾ ਵੱਢਿਆ ਜਾਂਦਾ ਹੈ ਤੇ ਉਹਦਾ ਪ੍ਰੋਸੈਸ ਕੀ ਹੁੰਦਾ ਮੰਡੀ ਦੇ ਵਿੱਚ, ਕਿਉਂਕਿ ਬਹੁਤੇ ਬੀਜੇਪੀ ਲੀਡਰ ਤਾਂ ਮੈਨੂੰ ਲੱਗਦਾ ਕਿ ਕਦੀ ਫਸਲਾਂ ਵੀ ਨਹੀਂ ਉਹਨਾਂ ਉਗਾ ਕੇ ਦੇਖੀਆਂ ਹੋਣ। ਕਿਸਾਨ ਦੀ ਆਮਦਨ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਹੈ ਕਿ 2022 ਤੱਕ ਦੁੱਗਣੀ ਕਰਨੀ ਹੈ। ਉਹਦਾ ਇਹ ਮੈਂ ਸਮਝਦਾ ਪਹਿਲਾ ਸਟੈਪ ਹੈ ਜਿਹਦੇ ਉੱਤੇ ਕਿਸਾਨ ਦੀ ਆਮਦਨ ਵੀ ਵਧੇਗੀ ਔਰ ਕਿਸਾਨ ਜਿਹੜਾ ਆਤਮ ਨਿਰਭਰ ਬਣੇਗਾ। ਕਹਿੰਦੇ ਕਿ ਸਿਰਫ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਦੇਣ ਦੇ ਲਈ ਇਹ ਕਾਨੂੰਨ ਲਿਆਂਦਾ, ਹੋਰ ਕਿਸੇ ਦਾ ਫਾਇਦਾ ਨਹੀਂ ਹੈ। ਮੈਂ ਸਮਝਦਾ ਇਹ ਭੜਕਾਊ ਗੱਲਾਂ ਜਿਹੜੀਆਂ ਕਿਸਾਨਾਂ ਨੂੰ, ਫਿਰ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਇਹ ਭਾਵੁਕ ਇਨਸਾਨ ਹੈ। ਔਰ ਮੈਂ ਤੁਹਾਨੂੰ ਇਹ ਕਹਿੰਦੇ ਸੀ ਐਮਐਸਪੀ ਖਤਮ ਜੀ, ਹੁਣ ਸਮਾਨ ਚੱਕ ਹੋ ਗਿਆ। ਦੇਖੋ ਫੈਕਟ ਵਾਲੀ ਗੱਲ ਆ, ਕਿਸਾਨ ਤੁਹਾਨੂੰ ਲੱਗਦਾ ਕਿ ਇੰਨਾ ਵਿਹਲਾ ਹੋ ਗਿਆ ਅੱਜ ਦੇ ਟਾਈਮ ਕਿ ਸੜਕਾਂ ਤੇ ਆ ਗਿਆ ਵੀ ਉਹਨੂੰ ਸਮਝ ਹੀ ਨਹੀਂ ਲੱਗ ਰਿਹਾ। ਤੁਸੀਂ ਉਹ ਕਿਸਾਨ ਨੂੰ ਕਹਿ ਰਹੇ ਹੋ ਵੀ ਸਮਝ ਨਹੀਂ ਲੱਗ ਰਿਹਾ ਜਿੰਨੇ ਆਪਣੀ ਸਾਰੀ ਜ਼ਿੰਦਗੀ ਫਸਲ ਦੇ ਲਈ ਲਾਤੀ, ਤਾਂ ਤੁਸੀਂ ਅੱਜ ਕਹਿ ਰਹੇ ਹੋ ਉਹਨੂੰ ਇਹ ਖੇਤੀਬਾੜੀ ਦਾ ਸਮਝ ਹੀ ਨਹੀਂ ਲੱਗ ਰਿਹਾ। ਤੁਸੀਂ ਇਹ ਬਿੱਲ ਬਣਾਉਣ ਤੋਂ ਪਹਿਲਾਂ ਕੀ ਕਿਸਾਨਾਂ ਨਾਲ ਕੋਈ ਗੱਲ ਕੀਤੀ? ਮੈਂ ਕਿਹਾ ਜੀ ਸਾਰੇ ਪੂਰੇ ਦੇਸ਼ ਦੇ ਅੰਦਰ ਕਿਤੇ ਵਿਰੋਧ ਨਹੀਂ ਹੈ, ਸਿਰਫ ਪੰਜਾਬ ਦੇ ਵਿੱਚ ਹੈ, ਉਹ ਵੀ ਕਾਂਗਰਸ ਔਰ ਵਿਰੋਧੀ ਦਲਾਂ ਦੇ। ਹਰਿਆਣੇ ਦੇ ਵਿੱਚ ਆ, ਛੱਤੀਸਗੜ੍ਹ ਦੇ ਵਿੱਚ ਆ, ਹੋਰ ਕਈ ਸਟੇਟਾਂ ਦੇ ਵਿੱਚ ਹੈਗਾ। ਔਰ ਪੰਜਾਬ ਦੇ ਅੰਦਰ ਮੈਂ ਸਮਝਦਾ ਨਰਿੰਦਰ ਮੋਦੀ ਸਰਕਾਰ ਨੇ ਜੇ ਸਭ ਤੋਂ ਜ਼ਿਆਦਾ ਆਪਣੀ ਸਰਕਾਰ 'ਚ ਕੰਮ ਕੀਤਾ ਪੰਜਾਬੀਆਂ ਦਾ ਕੀਤਾ। ਪੰਜਾਬੀਆਂ ਦੇ ਹਰ ਤਰ੍ਹਾਂ ਦੇ ਰਾਖੇ ਬਣ ਕੇ ਉੱਭਰੇ ਆ। ਖੇਤੀ ਕਾਨੂੰਨ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ। ਕਿਸਾਨ ਸੜਕਾਂ ਦੇ ਉੱਪਰ ਹੈ। ਬੀਜੇਪੀ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ। ਮੋਦੀ ਸਰਕਾਰ ਨੂੰ ਹਰ ਇੱਕ ਕਿਸਾਨ, ਹਰ ਇੱਕ ਨੌਜਵਾਨ ਅਤੇ ਕਲਾਕਾਰ ਕੋਸ ਰਿਹਾ ਹੈ। ਪਰ ਇਸ ਸਭ ਦੇ ਵਿੱਚ ਬੀਜੇਪੀ ਦਾ ਰਿਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕੀ ਬੀਜੇਪੀ ਨੂੰ ਨਹੀਂ ਲੱਗਦਾ ਕਿ ਕਿਸਾਨ ਸੜਕਾਂ ਦੇ ਉੱਪਰ ਆ? ਫਿਰ ਵੀ ਸਭ ਕੁਝ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ, ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਹੋਇਆ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਵੱਲੋਂ ਮੋਹਰ ਵੀ ਲਾ ਦਿੱਤੀ ਗਈ। ਕਿਉਂ ਇੰਨੀ ਅਵੇਸਲੀ ਹੋ ਗਈ ਬੀਜੇਪੀ? ਕਿਉਂ ਪੰਜਾਬ ਦੇ ਕਿਸਾਨਾਂ ਦਾ ਦਰਦ, ਕਿਉਂ ਦਿੱਲੀ ਨੂੰ ਪੰਜਾਬ ਦੇ ਕਿਸਾਨਾਂ ਦੀ ਹੂਕ ਕੰਨਾਂ 'ਚ ਨਹੀਂ ਪੈ ਰਹੀ? ਸਾਰੀ ਗੱਲਬਾਤ ਕਰਾਂਗੇ। ਬੀਜੇਪੀ ਦੇ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਸਰੀਨ ਸਾਡੇ ਨਾਲ ਹੈਗੇ ਆ, ਗੱਲਬਾਤ ਕਰਦੇ ਆ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਬੀਜੇਪੀ ਕਿਸ ਆਧਾਰ ਉੱਪਰ ਇਹ ਗੱਲ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਦਾ ਹੈ, ਪਰ ਕਿਸਾਨ ਡਟੇ ਹੋਏ ਆ ਇੱਕੋ ਗੱਲ ਤੇ ਕਿ ਇਹ ਮਾਰੂ ਕਿਸਾਨ ਆ। ਬੀਜੇਪੀ ਨੇ ਸਾਡੇ ਡੈਥ ਵਾਰੰਟ ਜਾਰੀ ਕੀਤੇ ਆ, ਕਿਸਾਨ ਇਹ ਕਹਿ ਰਹੇ ਆ। ਅਸ਼ੋਕ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਸਾਨ ਇਹ ਕਹਿੰਦਾ ਕਿ ਤੁਸੀਂ ਸਾਡੇ ਡੈਥ ਵਾਰੰਟ ਤਿਆਰ ਕਰਤੇ ਇਹ ਕਾਨੂੰਨ ਲਿਆ ਕੇ। ਦੇਖੋ ਮੈਂ ਸਮਝਦਾ ਜਿਹੜੇ ਕਿਸਾਨ ਭਾਈ ਆ ਉਹ ਬੜੇ ਭਾਵੁਕ ਹੈ, ਇਹ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਰ ਇਹ ਜਿਹੜਾ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਹੈ, ਕਿਸਾਨਾਂ ਨੂੰ ਮਜ਼ਬੂਤ ਕਰਨ ਦਾ ਕਾਨੂੰਨ ਹੈ, ਕਿਸਾਨਾਂ ਨੂੰ ਆਜ਼ਾਦੀ ਦੇਣ ਦਾ ਕਾਨੂੰਨ ਹੈ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦਾ ਕਾਨੂੰਨ ਹੈ। ਇਹ ਕਿਸਾਨਾਂ ਨੂੰ ਆਤਮ ਹੱਤਿਆਵਾਂ ਦਾ ਜਿਹੜਾ ਕਲੰਕ ਲੱਗਿਆ ਹੈ ਉਹ ਮਿਟਾਉਣ ਦਾ ਕਾਨੂੰਨ ਹੈ। ਇਹ ਕਿਸਾਨਾਂ ਦੇ ਬੱਚਿਆਂ ਨੂੰ ਕੇਵਲ ਕਿਸਾਨ ਨਹੀਂ ਵਪਾਰੀ ਬਣਾਉਣ ਦਾ ਕਾਨੂੰਨ ਹੈ। ਇਹ ਕਾਨੂੰਨ ਜਿਹੜਾ ਹੈ ਕਿਸਾਨ ਦੇ ਆਉਣ ਵਾਲੀ ਪੀੜ੍ਹੀਆਂ ਦੇ ਵਿਕਾਸ ਦਾ ਕਾਨੂੰਨ ਹੈ। ਦੇਖੋ ਫੈਕਟ ਤੇ ਗੱਲ ਕਰਾਂਗੇ ਆਪਾਂ, ਕੋਈ ਇਦਾਂ ਹਵਾ 'ਚ ਗੱਲਾਂ ਕੋਈ ਨਾ ਕਰਾਂਗੇ, ਨਾ ਮੈਂ ਕਰੂੰਗਾ ਤੇ ਨਾ ਤੁਸੀਂ ਕਰਿਓ, ਕਿਉਂਕਿ ਕਿਸਾਨ ਸਿੱਧੇ ਰੂਪ ਦੇ ਵਿੱਚ ਇਹ ਕਹਿ ਰਿਹਾ ਕਿ ਸਾਡੇ ਨਾਲ ਧੋਖਾ ਹੋਇਆ। ਬੀਜੇਪੀ ਇਹ ਕਹਿੰਦੀ ਸੀ ਕਿ ਐਮਐਸਪੀ ਖਤਮ ਨਹੀਂ ਹੋਗੀ, ਪਰ ਇਸ ਕਾਨੂੰਨ ਦੇ ਵਿੱਚ, ਇਸ ਬਿੱਲ ਦੇ ਵਿੱਚ ਐਮਐਸਪੀ ਦਾ ਕੋਈ ਜ਼ਿਕਰ ਨਹੀਂ ਆ ਤੇ ਐਮਐਸਪੀ ਖਤਮ ਹੋਣੀ ਹੀ ਹੋਣੀ। ਦੇਖੋ ਪਹਿਲੀ ਤਾਂ ਗੱਲ ਇਹ ਕਿ ਭਾਰਤੀ ਜਨਤਾ ਪਾਰਟੀ ਜੋ ਪਿਛਲੇ 6 ਸਾਲਾਂ ਦੇ ਵਿੱਚ ਉਹਨੇ ਜੋ ਕਿਹਾ ਉਹ ਕੀਤਾ, ਕੋਈ ਝੂਠਾ ਵਾਅਦਾ ਨਹੀਂ ਕੀਤਾ, ਜੋ ਕਿਹਾ ਉਹਨੂੰ ਕੀਤਾ। ਔਰ ਜਿਹੜਾ ਇੱਕ ਐਮਐਸਪੀ ਦੀ ਗੱਲ ਹੈ, ਮੇਰੇ ਕੋਲੇ ਹੁਣ ਇਸ ਟਾਈਮ ਕਾਪੀ ਨਹੀਂ ਸੀਗੀ, ਮੈਨੇ ਤਾਂ ਜਲਦਬਾਜ਼ੀ 'ਚ ਆਪਾਂ ਉਸ ਦੇ ਵਿੱਚ ਸਾਫ਼ ਲਿਖਿਆ ਹੈ। ਦੇਖੋ ਟਰਾਂਸਪੇਰੈਂਸੀ ਲਿਆਂਦੀ ਇਸ ਸਰਕਾਰ ਨੇ, ਉਹਨੇ ਕਿਹਾ ਗਰੰਟਡ ਪ੍ਰਾਈਸ ਦੇਵਾਂਗੇ। ਐਮਐਸਪੀ ਕਾਂਗਰਸ ਪਾਰਟੀ ਹੈ, ਹੋਰ ਪਾਰਟੀਆਂ ਹੈ, ਸਾਡੇ ਤੋਂ ਜ਼ਿਆਦਾ ਉਹਨਾਂ ਦੀ ਸਰਕਾਰ ਰਹੀ। ਕਿਸੇ ਐਕਟ ਦੇ ਵਿੱਚ ਐਮਐਸਪੀ ਲਿਖਿਆ ਤਾਂ ਦੱਸਣ। ਅਸੀਂ ਗਰੰਟਡ ਪ੍ਰਾਈਸ ਦਿੱਤਾ ਔਰ ਏਕ ਦੇਸ਼ ਏਕ ਮਾਰਕੀਟ ਦਾ ਵਿਧਾਨ ਲਿਆਂਦਾ। ਉਹਦੇ 'ਚ ਕੀ ਹੈ ਕਿ ਜਲੰਧਰ ਦੇ ਵਿੱਚ ਕਣਕ ਦਾ ਕੀ ਰੇਟ ਹੈ ਤੇ ਬੰਬੇ ਕੀ ਰੇਟ ਆ, ਉਹ ਕਿਸਾਨ ਨੂੰ ਘਰ ਬੈਠੇ ਪਤਾ ਲੱਗੇਗਾ। ਜਿੱਦਾਂ 골ਡ ਦਾ ਆਨਲਾਈਨ ਪਤਾ ਲੱਗਦਾ, ਉਹ ਟੀਵੀ ਉੱਤੇ ਦੇਖਦਾ,
ਜਿਹੜਾ ਫਿਜ਼ੀਕਲ ਮਾਰਕੀਟ ਦੇ ਵਿੱਚ ਉਹਦਾ ਡਿਫਰੈਂਸ ਸਭ ਨੂੰ ਪਤਾ ਹੈ ਕੀ ਹੈ। ਉਹਦੇ ਵਿੱਚ ਕੀ ਹੈ, ਕੋਈ ਕਾਲਾਬਾਜ਼ਾਰੀ ਨਹੀਂ ਹੁੰਦੀ। ਇਸੇ ਤਰ੍ਹਾਂ ਦਾ ਇਹ ਕਾਨੂੰਨ ਹੈ। ਔਰ MSP ਜਿਹੜੀ ਹੈ ਸਰਕਾਰ, ਜੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਨਹੀਂ ਇਹ ਇਦਾਂ ਦਾ ਕੋਈ ਝੂਠਾ ਲਾਰਾ ਲਾਣਾ ਹੁੰਦਾ ਤੇ ਇੰਨੀ ਦ੍ਰਿੜਤਾ ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਸਾਡੇ ਕ੍ਰਿਸ਼ੀ ਮੋਦੀ ਜੀ ਨੇ, ਕ੍ਰਿਸ਼ੀ ਮੰਤਰੀ ਜੀ ਨੇ, ਤੋਮਰ ਸਾਹਿਬ ਨੇ, ਸਾਡੇ ਸਾਰੇ ਲੀਡਰਾਂ ਨੇ ਦੱਸਿਆ। ਔਰ ਅੱਜ ਇਹ ਸਿਰਫ ਮੈਂ ਸਮਝਦਾ ਹਾਂ ਜਿਹੜੇ ਕਿਸਾਨ ਭਾਵੁਕ ਹੈ, ਪੰਜਾਬੀ ਪਹਿਲਾਂ ਹੀ ਭਾਵੁਕ ਹੁੰਦੇ, ਉੱਤੋਂ ਇਹ ਕਿਸਾਨ ਉੱਤੋਂ ਕਿਸਾਨ ਨੇ ਉਹ ਉਦਾਂ ਹੀ ਭਾਵੁਕ ਹੈ। ਔਰ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਰ ਮੈਂ ਸਮਝਦਾ ਹਾਂ ਕਿ ਇਹ ਕਿਸਾਨਾਂ ਦੇ ਲਈ ਇੱਕ ਬੜਾ ਵੱਡਾ ਅਵਸਰ ਆਇਆ, ਜਿਹਦੇ ਵਿੱਚ ਉਹ ਇਕੱਲੇ ਕਿਸਾਨੀ ਤੱਕ ਸੀਮਤ ਨਹੀਂ ਰਹਿਣਾ, ਉਹ ਵਪਾਰੀ ਵੀ ਬਣ ਸਕਦਾ, ਉਹ ਐਕਸਪੋਰਟਰ ਵੀ ਬਣ ਸਕਦਾ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇੱਕ ਦੇਸ਼ ਇੱਕ ਮੰਡੀ ਖਤਮ ਕਰ ਦਿਆਂਗੇ, ਜਿਹੜੀਆਂ ਮੰਡੀਆਂ ਇਹ ਆਮ ਤੌਰ ਤੇ ਚੱਲਦੀਆਂ ਹੁੰਦੀਆਂ ਨੇ। ਤੁਸੀਂ ਇਹ ਦੱਸੋ ਸਰੀਨ ਜੀ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਕਣਕ ਵੱਢੀ ਜਾਂਦੀ ਹੈ ਜਾਂ ਝੋਨਾ ਵੱਢਿਆ ਜਾਂਦਾ ਹੈ ਤੇ ਉਹਦਾ ਪ੍ਰੋਸੈਸ ਕੀ ਹੁੰਦਾ ਮੰਡੀ ਦੇ ਵਿੱਚ? ਕਿਉਂਕਿ ਬਹੁਤੇ BJP ਲੀਡਰ ਤਾਂ ਮੈਨੂੰ ਲੱਗਦਾ ਕਿ ਕਦੀ ਫਸਲਾਂ ਵੀ ਨਹੀਂ ਉਹਨਾਂ ਉਗਾ ਕੇ ਦੇਖੀਆਂ ਹੋਣਗੀਆਂ। ਦੇਖੋ, ਇਹ ਜਿਹੜੀਆਂ ਗੱਲਾਂ ਹੈ, ਫਸਲ ਵਿਕਦੀ ਹੈ, ਮੰਡੀ ਚ ਆਉਂਦੀ ਹੈ, ਉਹਦੀ ਆੜਤ ਬੋਲੀ ਲੱਗਦੀ ਹੈ ਤੇ ਕਿਸਾਨ ਉਹਨੂੰ ਲੈ ਕੇ ਜਾਂਦਾ ਹੈ। ਅਸੀਂ ਆਪ ਕਣਕ ਦਾ ਕਾਰੋਬਾਰ ਕਰਦੇ ਰਹੇ ਹਾਂ, ਸਾਨੂੰ ਤਾਂ ਇਸ ਚੀਜ਼ ਦਾ ਪਤਾ ਹੈ। ਔਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ, ਇਹ ਕਿਤੇ ਵੀ ਨਹੀਂ ਲਿਖਿਆ ਕਿ ਆਪਾਂ ਜਿਹੜਾ ਹੈ ਮੰਡੀਆਂ ਖਤਮ ਕਰ ਦਿਆਂਗੇ। ਮੰਡੀ ਖਤਮ ਨਹੀਂ ਹੋਣੀ, ਇਹ ਸਿਰਫ ਜਿਨ੍ਹਾਂ ਦੀ ਮਾਂਡ ਵਾਲੀ ਚੱਲਦੀ ਸੀ ਉਹ ਖਤਮ ਹੋਣੀ। ਉਹ ਮਾਂਡ ਵਾਲੀ ਦਾ ਮੈਂ ਦੱਸਣਾ ਚਾਹੁੰਦਾ, ਜਿਹੜੇ ਵਿਚੋਲੀਆਂ ਦੇ ਉੱਤੇ ਬੜਾ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਪਾ ਰਿਹਾ। ਇਹਦੇ 'ਚ ਅੱਗੇ ਇੱਕ ਕਿਸਾਨ ਦੇ ਕੋਲੇ ਇੱਕ ਕਾਨੂੰਨ ਹੈ, ਜਲੰਧਰ ਦਾ ਕਿਸਾਨ ਅੰਮ੍ਰਿਤਸਰ ਜਾ ਕੇ ਕਣਕ ਨਹੀਂ ਵੇਚ ਸਕਦਾ। ਉਹਨੂੰ ਆਪਣੀ ਇੱਕ ਉਹਦਾ ਏਰੀਆ ਤੈਅ, ਇੱਕ ਉਹਦੀ ਲਿਮਿਟ ਤੈਅ, ਇੱਕ ਉਹਦੇ ਲਈ ਵਪਾਰੀ ਵੀ ਤੈਅ। ਜੇ ਜਲੰਧਰ ਦਾ ਕਿਸਾਨ ਹੈ 40 50 100 ਆੜਤੀ ਹੋਊਗਾ, 200 ਆੜਤੀ ਹੋਊਗਾ, ਉਹ 200 ਆੜਤੀ ਤੱਕ ਸੀਮਿਤ ਹੈ। ਇਦਾਂ ਹੀ ਆੜਤੀ ਸੀਗੇ, ਉਹਨਾਂ ਕੋਲ 100 ਕਿਸਾਨ 200 ਕਿਸਾਨ ਜਾਂ 500 ਕਿਸਾਨ ਹੋਏਗਾ, ਉੱਥੇ ਤੱਕ ਸੀਮਿਤ ਸੀ। ਹੁਣ ਜਿਹੜਾ ਕਿਸਾਨ ਹੈ ਉਹਦੇ ਕੋਲੇ ਪੂਰੇ ਦੇਸ਼ ਦੇ ਅੰਦਰ 1000 ਆੜਤੀਆ ਹੋ ਗਿਆ। ਇਦਾਂ ਹੀ ਆੜਤੀ ਦੇ ਕੋਲ 10,000 ਜਾਂ 50,000 ਕਿਸਾਨ ਹੋ ਗਏ। ਬਾਕੀ ਤਾਂ ਸਲੀਨ ਜੀ ਆੜਤ ਤਾਂ ਖਤਮ ਹੋ ਗਈ ਨਾ। ਆੜਤ ਦਾ ਤਾਂ ਸ਼ਬਦ ਹੀ ਤੁਸੀਂ ਨਾ ਵਰਤੋ, ਤੁਸੀਂ ਪ੍ਰਾਈਵੇਟ ਪਲੇਅਰ ਕਹੋ ਕਿ ਪ੍ਰਾਈਵੇਟ ਪਲੇਅਰ ਆਉਣਗੇ ਤੁਹਾਡੇ ਪਿੰਡਾਂ ਚ, ਆਉਣਗੇ ਜ਼ਿਮੀਂਦਾਰਾਂ ਦੀਆਂ, ਉੱਥੇ ਜਾਣਗੇ ਸਿੱਧਾ ਖੇਤਾਂ ਵਿੱਚ, ਉੱਥੇ ਜਾ ਕੇ ਵਪਾਰ ਕਰਨਗੇ। ਦੇਖੋ, ਇਹਦੇ ਵਿੱਚ ਕੋਈ ਆੜਤ ਕਿਸੇ ਦੀ ਨਹੀਂ ਖਤਮ ਹੋਣੀ। ਆੜਤੀਏ ਦੇ ਕੋਲੇ ਇੱਕ ਪਹਿਲਾਂ ਸਟੋਰੇਜ ਦੇ ਉੱਤੇ ਕਿ ਕਿੰਨੀ ਕਰ ਸਕਦਾ ਸੀਗਾ, ਕਿੰਨੀ ਕਰ ਸਕਦੇ ਸੀ, ਉਹ ਲਿਮਿਟ ਸੀ। ਹੁਣ ਲਿਮਿਟ ਖਤਮ ਕਰਤੀ। ਆੜਤੀਏ ਵੀ ਸਟੋਰ ਕਰਨਗੇ ਜਿੰਨੀ ਕਰ ਸਕਦੇ ਆ, ਕਿਸਾਨ ਵੀ ਕਰ ਸਕਦੇ ਆ। ਫਿਰ ਮੈਂ ਗੱਲ ਵਿੱਚ ਰਹਿ ਗਈ, ਇਹ ਜਿਹੜੀ ਗੋਲਮਾਲ ਜਿਹੜਾ ਸੀਗਾ, ਹਰ ਸਾਲ ਸਰਕਾਰੀ ਅਨਾਜ, ਚਾਹੇ ਉਹ ਪੰਜਾਬ ਸਰਕਾਰ ਦਾ ਹੈ ਚਾਹੇ ਕਿਤੇ ਦਾ ਹੈ, ਹਰ ਸਾਲ ਸਰਕਾਰੀ ਅਨਾਜ ਕਰੋੜਾਂ ਦਾ, ਲੱਖਾਂ ਕਰੋੜਾਂ ਦਾ ਧਨ ਜਿਹੜਾ ਸਰਕਾਰ ਦੇ ਕੇ ਖਰੀਦ ਰਹੀ ਹੈ, ਉਹਨੂੰ ਖਰਾਬ ਨਕਾਰਾ ਘੋਸ਼ਿਤ ਕਰਾਇਆ ਜਾਂਦਾ ਹੈ, ਮੁੜ ਕੇ ਉਹ ਵੇਚਿਆ ਜਾਂਦਾ ਹੈ। ਉਹ ਹਜ਼ਾਰਾਂ ਕਰੋੜਾਂ ਦੀ ਜਿਹੜੀ ਇਹ ਲੁੱਟ ਸੀ ਨਾ ਦੇਸ਼ ਦੇ ਅੰਦਰ, ਉਹ ਬੰਦ ਹੋ ਰਹੀ ਹੈ ਇਸ ਕਾਨੂੰਨ ਨਾਲ। ਔਰ ਕਿਸਾਨ ਦੀ ਆਮਦਨ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਕਿ 2022 ਤੱਕ ਦੁੱਗਣੀ ਕਰਨੀ ਹੈ। ਉਹਦਾ ਇਹ ਮੈਂ ਸਮਝਦਾ ਪਹਿਲਾ ਸਟੈਪ ਹੈ, ਜਿਹਦੇ ਉੱਤੇ ਕਿਸਾਨ ਦੀ ਆਮਦਨ ਵੀ ਵਧੇਗੀ ਔਰ ਕਿਸਾਨ ਜਿਹੜਾ ਆਤਮ ਨਿਰਭਰ ਬਣੇਗਾ। ਕਿਸਾਨ ਕਹਿੰਦਾ ਕਿ ਸਾਨੂੰ ਭਰੋਸਾ ਦਿਵਾਓ ਜੀ, ਭਰੋਸਾ ਦਿਵਾਓ ਕਿ ਸਾਡੀ ਜਿਹੜੀ ਫਸਲ ਆ ਉਹ ਪ੍ਰਾਈਵੇਟ ਪਲੇਅਰ ਉਨੇ ਹੀ ਮੁੱਲ ਤੇ ਚੱਕਣਗੇ ਜਿੰਨੇ MSP ਹੈਗੀ ਹੈ। MSP ਤੇ ਤੁਸੀਂ ਸ਼ੋਕ ਜੀ 23 ਫਸਲਾਂ ਦੇ ਉੱਤੇ MSP ਆ, ਸਿਰਫ 3 ਫਸਲਾਂ ਜਿਹੜੀਆਂ ਚੱਕੀਆਂ ਜਾਂਦੀਆਂ ਨੇ, ਕਣਕ, ਝੋਨਾ ਤੇ ਗੰਨਾ। ਉਸ ਤੋਂ ਬਾਅਦ ਜਿਹੜੀਆਂ 20 ਫਸਲਾਂ ਨੇ ਨਾ, ਉਹਨਾਂ ਤੇ MSP ਹੈ। MSP ਦੇ ਰੇਟ ਤੇ ਫਸਲਾਂ ਨਹੀਂ ਚੱਕੀਆਂ ਜਾਂਦੀਆਂ, ਸਰਕਾਰੀ ਖਰੀਦ ਨਹੀਂ ਹੁੰਦੀ। ਤੁਹਾਡੇ ਕੋਲ ਕੀ ਸਬੂਤ ਆ ਜਾਂ ਕੀ ਵਿਸ਼ਵਾਸ ਦਿਵਾਉਂਦੇ ਹੋ ਤੁਸੀਂ ਕਿ ਫਸਲਾਂ ਤੁਹਾਡੀਆਂ ਚੱਕੀਆਂ ਜਾਣਗੀਆਂ? ਪ੍ਰਾਈਵੇਟ ਕਹਿੰਦੇ ਕਿ ਸਿਰਫ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਦੇਣ ਦੇ ਲਈ ਇਹ ਕਾਨੂੰਨ ਲਿਆਂਦਾ, ਹੋਰ ਕਿਸੇ ਦਾ ਫਾਇਦਾ ਨਹੀਂ ਹੈ। ਦੇਖੋ, ਇਹ ਬੇਤੁਕੀਆਂ ਗੱਲਾਂ ਹੈ। ਮੈਂ ਸਮਝਦਾ ਹਾਂ ਜਿਹੜੇ ਲੀਡਰ ਜਿਹੜੇ ਹੈ ਇਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹੈ। ਅਡਾਨੀ ਨੇ ਮੋਗੇ ਦੇ ਵਿੱਚ 600 ਏਕੜ ਦਾ ਲਾ ਲਿਆ ਜੀ ਪਲਾਂਟ, ਹੋਰ ਪੰਜਾਬ ਦੇ ਵਿੱਚ ਮਾਝੇ ਤੇ ਦੁਆਬੇ ਚ ਵੀ ਆਉਣ ਨੂੰ ਤਿਆਰ ਨੇ ਉਹ। ਮੈਂ ਕਿਹਾ ਕੱਲਾ ਅਡਾਨੀ ਨਹੀਂ ਲਾ ਰਿਹਾ, ਅਡਾਨੀ ਨੇ ਕੋਈ ਦੇਸ਼ ਦੀ ਰਜਿਸਟਰੀ ਨਹੀਂ ਕਰਾਈ ਹੋਈ, ਜਿਹੜਾ ਮਰਜ਼ੀ ਬੰਦਾ ਲਗਾ ਸਕਦਾ ਹੈ। ਔਰ ਸਾਰੇ ਅਸੀਂ ਪੰਜਾਬ ਦੇ ਕਿਸਾਨ ਹੈ, ਅਸੀਂ ਪੰਜਾਬ 'ਚ ਆਪਣੇ ਡਿਵੈਲਪ ਕਰਾਂਗੇ। ਅਡਾਨੀ ਇਸ ਤਰ੍ਹਾਂ ਹੈ ਕਿ ਸੋਨਾ ਵੀ ਪਹਿਲਾਂ ਇਦਾਂ ਹੀ ਹੁੰਦਾ ਸੀ, ਹੁਣ ਸੋਨੇ ਦੇ ਉੱਤੇ ਕੁਛ ਹੈਗਾ ਜੀ? ਮੇਰੇ ਕਹਿਣ ਦੇ ਰੇਟ ਨਾਲ ਕੰਪੈਰੀਜ਼ਨ ਕੀਤਾ ਜਾਵੇ, ਸੋਨੇ ਦਾ ਕਿਸਾਨਾਂ ਦੇ ਨਾਲ ਕੋਈ ਉਹ ਨਹੀਂ ਹੈ। ਰੇਟ ਦਾ ਕੰਪੈਰੀਜ਼ਨ, ਰੇਟ ਦੇ ਵਿੱਚ ਟਰਾਂਸਪੇਰੈਂਸੀ ਹੈ। ਅੱਜ ਕੋਈ ਇਹ ਨਹੀਂ ਕਹਿ ਸਕਦਾ ਕਿ ਅਸ਼ੋਕ ਸਰੀਨ ਨੇ 50,000 ਰੁਪਏ ਤੋਲਾ ਲੈ ਲਿਆ ਤੇ ਮਨਦੀਪ ਜਾ ਕੇ ਉਹਨੂੰ 40,000 ਦਾ ਲੈ ਕੇ ਆਇਆ, ਉਹਨੂੰ 50,000 ਦਾ ਹੀ ਲੈਣਾ ਪੈਣਾ। ਕਿਸਾਨਾਂ ਨੂੰ ਕੋਈ ਇਹਦੇ ਵਿੱਚ ਵੀ ਤਾਂ ਦਿੱਕਤ ਨਹੀਂ ਸੀ ਨਾ, ਜਿਹੜਾ ਮੰਡੀਕਰਨ ਚੱਲ ਰਿਹਾ ਹੈ, ਸਾਰਾ ਕੁਝ ਚੱਲ ਰਿਹਾ, ਕਿਸਾਨ ਤਾਂ ਖੁਸ਼ ਹੈ, ਇਹਦੇ ਵਿੱਚ ਹੀ ਖੁਸ਼ ਹੈ, ਕਹਿੰਦੇ ਸਾਨੂੰ ਨਹੀਂ ਲੋੜ ਕਿਸੇ ਚੀਜ਼ ਦੀ। ਇਹਦੇ ਵਿੱਚ ਇੱਕ ਬਹੁਤ ਵੱਡੀ ਮੈਂ ਸਮਝਦਾ ਤੁਹਾਡੇ ਮਾਧਿਅਮ ਨਾਲ, ਡੇਲੀ ਪੋਸਟ ਦੇ ਮਾਧਿਅਮ ਨਾਲ ਮੈਂ ਕਿਸਾਨਾਂ ਤੱਕ ਵੀ ਪਹੁੰਚਾਉਣਾ ਚਾਹੁੰਦਾ। ਜਦੋਂ ਸਵੇਰੇ ਮਨਦੀਪ ਜੀ ਕਿਸਾਨ ਟਰਾਲੀ ਤੇ ਭਰ ਕੇ ਆਪਣਾ ਅਨਾਜ ਲੈ ਕੇ ਆਉਂਦਾ ਹੈ ਨਾ, ਤੇ ਸ਼ਾਮ ਤੱਕ ਜੇ ਉਹਨੂੰ ਨਾ ਲੈ ਕੇ ਜਾਵੇ
ਉਹਦੇ ਕੋਲ ਸਟੋਰੇਜ ਦੀ ਥਾਂ ਨਹੀਂ ਸੀ, ਉਹ ਲੈ ਕੇ ਆਂਦਾ, ਉਹਨੂੰ ਵੇਚ ਕੇ ਹੀ ਜਾਣਾ ਪੈਂਦਾ ਹੈ। ਉਦੋਂ ਮਰਜ਼ੀ ਕਿਸਾਨ ਦੀ ਨਹੀਂ ਚੱਲਦੀ ਜੀ। ਇੱਥੇ ਇਸ ਕਾਨੂੰਨ 'ਚ ਕੀ ਹੈ ਕਿ ਜੇ ਇੱਕ ਤਾਂ ਇਹ ਹੈ ਕਿਸਾਨ ਨੂੰ ਉੱਥੇ ਲਿਆਣਾ ਨਹੀਂ ਪਏਗਾ, ਕਿਸਾਨ ਪਹਿਲਾਂ ਮੰਡੀ ਆਏਗਾ ਆਪਣਾ ਸੈਂਪਲ ਲੈ ਕੇ, ਜੇ ਉਹਨੂੰ ਮੰਡੀ 'ਚ ਰੇਟ ਵਧੀਆ ਮਿਲੇਗਾ ਉਹ ਮੰਡੀ 'ਚ ਵੇਚੇਗਾ, ਜੇ ਉਹਨੂੰ ਬਾਹਰ ਵਧੀਆ ਮਿਲੇਗਾ ਉਹ ਬਾਹਰ ਵੇਚੇਗਾ। ਇਹ ਹੈ ਕਾਨੂੰਨ ਜੀ। ਕਿਸਾਨ ਹੁਣ ਉਦੋਂ ਹੀ ਲੈ ਕੇ ਆਏਗਾ। ਇੱਕ ਗੱਲ ਹੋਰ ਕਿ ਇਹਦੇ ਨਾਲ 19 ਜਿੰਨਾ ਮਤਲਬ ਮੈਂ ਸਮਝਦਾ ਕੰਪੀਟੀਸ਼ਨ ਵੱਧਦਾ। ਦੇਖੋ ਮੋਬਾਈਲਾਂ ਦੇ ਤੁਸੀਂ ਐਮਐਸਪੀ ਕਿਉਂ ਨਹੀਂ ਵਿੱਚ ਲਿਖਦੇ ਜੀ? ਐਮਐਸਪੀ ਹੁਣ ਐਡੀ ਛੇਤੀ ਜਿਹੜਾ ਤੁਸੀਂ ਕਾਨੂੰਨ ਬਣਾਤਾ, ਇੱਕ ਪੇਪਰ ਦੇ ਉੱਪਰ ਲਿਖ ਦਿਓ, ਕਿਸਾਨ ਕਹਿੰਦੇ ਇੱਕ ਪੇਪਰ ਦੇ ਉੱਪਰ ਲਿਖ ਕੇ ਰਾਸ਼ਟਰਪਤੀ ਦੇ ਮੋਹਰ ਲਵਾ ਦਿਓ, ਸਾਨੂੰ ਕੋਈ ਦਿੱਕਤ ਨਹੀਂ ਕਿ ਐਮਐਸਪੀ ਤੋਂ ਵੱਧ ਜਾਂ ਘੱਟ ਰੇਟ ਨਹੀਂ ਦਿੱਤਾ ਜਾਊਗਾ। ਮੈਂ ਕਿਹਾ ਜੀ ਗਰੰਟੀਡ ਮੁੱਲ ਦੇਾਂਗੇ। ਦੇਖੋ ਐਮਐਸਪੀ ਜੇ ਕਿਸੇ ਐਕਟ 'ਚ ਲਿਖਿਆ ਹੈ, ਅੱਜ ਤੱਕ ਲਿਖਿਆ ਇਤਿਹਾਸ ਦੇ ਅੰਦਰ, ਇਹ ਤਾਂ ਜਿਨ੍ਹਾਂ ਨੇ ਕਿਸਾਨ ਨੂੰ ਮਜਬੂਰ ਬਣਾ ਕੇ ਰੱਖਿਆ ਸੀ, ਇਹ ਤਾਂ ਉਹ ਗੱਲਾਂ ਕਰ ਰਹੇ, ਉਹਨਾਂ ਨੂੰ ਇਹ ਗੱਲਾਂ ਕਹਿ ਰਹੇ ਆ ਅਸੀਂ ਤਾਂ ਮਜ਼ਬੂਤ ਬਣਾਉਣ ਵਾਲਾ ਹੈ। ਔਰ ਮੈਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਫਿਰ ਬੇਨਤੀ ਕਰਨਾ ਚਾਹੁੰਦਾ ਹੈ ਕਿ 1 ਸਾਲ ਬਾਅਦ ਪੰਜਾਬ 'ਚ ਚੁਣਾਵ ਹੈ। ਨਰਿੰਦਰ ਮੋਦੀ ਸਰਕਾਰ ਜੇ ਇਸ ਦੇ ਵਿੱਚ ਸਹੀ ਨਹੀਂ ਉਤਰੂਗੀ ਨਾ ਤਾਂ ਕਿਸਾਨ ਉਹਨੂੰ ਠੋਕ ਕੇ ਜਵਾਬ ਦੇਗਾ। ਕਿਹੜੇ ਹਿਸਾਬ ਨਾਲ ਸਰਿੰਗ ਸਾਹਿਬ ਤੁਸੀਂ ਕਹਿ ਰਹੇ ਹੋ ਕਿ 2022 ਦੇ ਵਿੱਚ ਤੁਸੀਂ ਇਲੈਕਸ਼ਨ ਲੜੋਗੇ? ਪੋਲੀਟੀਕਲ ਤੁਹਾਡਾ ਐਡਾ ਨੁਕਸਾਨ ਆ, ਸਾਰਾ ਪੰਜਾਬ ਤੁਹਾਡੇ ਖਿਲਾਫ ਹੋਇਆ ਫਿਰਦਾ, ਤੁਹਾਨੂੰ ਕਿਹੜੇ ਆਧਾਰ ਤੇ ਲੱਗਦਾ ਕਿ ਬੀਜੇਪੀ ਪੰਜਾਬ ਦੇ ਸਰਕਾਰ ਬਣਾ ਜੂਗੀ? ਤੁਸੀਂ ਚਿੰਤਾ ਨਾ ਕਰੋ, ਇਹ ਜਿਹੜੇ ਝੂਠੇ ਕਾਲੇ ਬਾਦਲ ਹੈ ਇਹ ਛੱਟਣ ਵਾਲੇ ਹੈ। ਪੰਜਾਬ ਦੇ ਅੰਦਰ ਜਿਹੜੇ ਰਾਜਨੀਤਿਕ ਹੈ ਸਵੇਰਾ ਨਿਕਲਣ ਵਾਲਾ ਹੈ। ਕਿਸਾਨਾਂ ਦਾ ਐਮਐਸਪੀ ਤੇ ਝੋਨਾ ਚੱਕਣਾ ਸ਼ੁਰੂ ਹੋ ਗਿਆ ਹੈ ਔਰ ਕਿਸਾਨ ਜਿਹੜਾ ਪੰਜਾਬ ਦਾ, ਇਹ ਜਿਹੜੇ ਅੱਜ ਕਾਂਗਰਸ ਪਾਰਟੀ ਕਹਿ ਰਹੀ ਹੈ 13 ਜਨਵਰੀ 2020 ਦੀ ਇੰਡੀਅਨ ਐਕਸਪ੍ਰੈਸ ਦੀ ਅਖਬਾਰ ਹੈ, ਪਿਛਲੇ 3 ਸਾਲਾਂ ਦੇ ਵਿੱਚ 1500 ਤੋਂ ਜ਼ਿਆਦਾ ਕਿਸਾਨਾਂ ਨੇ ਆਤਮ ਹੱਤਿਆਵਾਂ ਜਿਹੜੀ ਸਰਕਾਰ ਮੰਨ ਗਈ ਕਰ ਲਈ। ਔਰ ਕਿੰਨੇ ਹੀ ਕਰ ਗਏ। ਅਸੀਂ ਇਸ ਕਾਨੂੰਨ ਦੇ ਮਾਧਿਅਮ ਦੇ ਨਾਲ ਕਿਸਾਨ ਨੂੰ ਮਜ਼ਬੂਤ ਕਰਨਾ, ਕਿਸਾਨਾਂ ਦੀ ਮੈਂ ਸਮਝਦਾ ਹੈ ਕਿਸਾਨ ਦੇ ਮੂੰਹੋਂ ਇਹ ਗੱਲ ਕਹਿੰਦਾ ਵੀ ਇਹਦੇ ਨਾਲ ਚੰਗਾ ਸਾਡੇ ਸਿੱਧੀ ਗੋਲੀ ਮਾਰ ਦੇਣ ਮੋਦੀ ਸਾਹਿਬ, ਇਹ ਤਾਂ ਸਾਡੇ ਡੈਥ ਵਾਰੰਟ ਹੈ ਕਹਿੰਦੇ ਵੀ ਜਿਨ੍ਹਾਂ ਤੇ ਸਾਈਨ ਕਰਤੇ ਰਾਸ਼ਟਰਪਤੀ ਨੇ। ਦੇਖੋ ਇਹ ਮੈਂ ਸਮਝਦਾ ਇਹ ਭੜਕਾਊ ਗੱਲਾਂ ਜਿਹੜੀਆਂ ਕਿਸਾਨਾਂ ਨੂੰ, ਫਿਰ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਇਹ ਭਾਵੁਕ ਇਨਸਾਨ ਹੈ। ਔਰ ਮੈਂ ਤੁਹਾਨੂੰ ਇਹ ਕਹਿੰਦੇ ਸੀ ਐਮਐਸਪੀ ਖਤਮ ਜੀ, ਹੁਣ ਸਮਾਨ ਚੱਕ ਹੋ ਗਿਆ। ਦੇਖੋ ਫੈਕਟ ਵਾਲੀ ਗੱਲ ਆ ਕਿ ਝੋਨਾ ਪੱਕਿਆ ਪਿਆ, ਕਿਸੇ ਨੂੰ ਕਿਸੇ ਦੀ ਲੋੜ ਨਹੀਂ ਕਿ ਕਿਸਾਨ ਆਪਣੀਆਂ ਸੜਕਾਂ ਦੇ ਉੱਪਰ ਰੇਲਾਂ ਰੋਕੀਆਂ ਨੇ, ਕੱਲ ਤੋਂ ਫੇਰ ਪ੍ਰੋਟੈਸਟ ਸ਼ੁਰੂ ਆ। ਕਿਸਾਨ ਤੁਹਾਨੂੰ ਲੱਗਦਾ ਕਿ ਇੰਨਾ ਵਿਹਲਾ ਹੋ ਗਿਆ ਅੱਜ ਦੇ ਟਾਈਮ ਕਿ ਸੜਕਾਂ ਤੇ ਆ ਗਿਆ ਵੀ ਉਹਨੂੰ ਸਮਝ ਹੀ ਨਹੀਂ ਲੱਗ ਰਿਹਾ? ਤੁਸੀਂ ਉਹ ਕਿਸਾਨ ਨੂੰ ਕਹਿ ਰਹੇ ਹੋ ਵੀ ਸਮਝ ਨਹੀਂ ਲੱਗ ਰਿਹਾ ਜਿੰਨੇ ਆਪਣੀ ਸਾਰੀ ਜ਼ਿੰਦਗੀ ਫਸਲ ਦੇ ਲਈ ਲਾਤੀ, ਤਾਂ ਤੁਸੀਂ ਅੱਜ ਕਹਿ ਰਹੇ ਹੋ ਉਹਨੂੰ ਇਹ ਖੇਤੀਬਾੜੀ ਦਾ ਸਮਝ ਹੀ ਨਹੀਂ ਲੱਗ ਰਿਹਾ? ਅਸੀਂ ਉਹਨੂੰ ਇਹ ਨਹੀਂ ਕਹਿ ਰਹੇ ਖੇਤੀਬਾੜੀ ਦਾ ਸਮਝ ਨਹੀਂ, ਉਹਨੂੰ ਖੇਤੀਬਾੜੀ ਦੀ ਸਭ ਕੁਝ ਸਮਝ ਹੈ, ਉਹਨੂੰ ਕਾਨੂੰਨ ਦੀ ਵੀ ਸਮਝ ਹੈ। ਜਿਹੜੀ ਇਹ ਉਹਨਾਂ ਨੂੰ ਵਰਗਲਾਇਆ ਜਾ ਰਿਹਾ ਹੈ। ਦੇਖੋ ਕਿਸਾਨ ਦਾ ਸਰਕਾਰ ਦਾ ਪਹਿਲਾ ਕੰਮ ਹੈ, ਪੰਜਾਬ ਸਰਕਾਰ ਦਾ, ਇਹਨਾਂ ਨੇ ਖਰੀਦ ਹੀ ਢਿੱਲੀ ਕਰ ਦੇਣੀ। ਅਸੀਂ ਫੇਰ ਇਹ ਕਹਿੰਦੇ ਆ ਕਿ ਸਾਡੀ ਸਰਕਾਰ ਨੇ ਖੁੱਲੇ ਦਰਵਾਜ਼ੇ ਰੱਖੇ ਆ, ਖੁੱਲੇ ਦਿਲ ਰੱਖੇ ਆ, ਕਰ ਲੈਣ ਗੱਲ। ਜੇ ਇਹਨਾਂ ਨੂੰ ਕੁਝ ਲੱਗਦਾ ਸੀ ਜਾਂ ਹੈਗਾ, ਅਸੀਂ ਤਾਂ ਅਨੁਰਾਗ ਠਾਕੁਰ ਜੀ ਨੇ ਕਿਹਾ। ਤੁਸੀਂ ਅੱਜ ਗੱਲ ਕਰਨ ਨੂੰ ਕਹਿ ਰਹੇ ਹੋ ਕਾਨੂੰਨ, ਤੁਸੀਂ ਇਹ ਬਿੱਲ ਬਣਾਉਣ ਤੋਂ ਪਹਿਲਾਂ ਕੀ ਕਿਸਾਨਾਂ ਨਾਲ ਕੋਈ ਗੱਲ ਕੀਤੀ? ਮੈਂ ਕਿਹਾ ਜੀ ਸਾਰੇ ਪੂਰੇ ਦੇਸ਼ ਦੇ ਅੰਦਰ ਕਿਤੇ ਵਿਰੋਧ ਨਹੀਂ ਹੈ, ਸਿਰਫ ਪੰਜਾਬ ਦੇ ਵਿੱਚ ਹੈ, ਉਹ ਵੀ ਕਾਂਗਰਸ ਔਰ ਵਿਰੋਧੀ ਦਲਾਂ ਦੇ। ਹਰਿਆਣੇ ਦੇ ਵਿੱਚ ਆ, ਛੱਤੀਸਗੜ੍ਹ ਦੇ ਵਿੱਚ ਆ, ਹੋਰ ਕਈ ਸਟੇਟਾਂ ਦੇ ਵਿੱਚ ਹੈਗਾ। ਛੱਤੀਸਗੜ੍ਹ 'ਚ ਕਿਹੜੀ ਸਰਕਾਰ ਹੈ? ਕਾਂਗਰਸ ਦੀ ਹੈ। ਪੰਜਾਬ 'ਚ ਕਿਹਦੀ ਹੈ? ਕਾਂਗਰਸ ਦੀ ਹੈ। ਹਰਿਆਣੇ ਦੇ ਵਿੱਚ ਹੁੱਡਾ ਸਾਹਿਬ ਹੀ ਕਰ ਰਹੇ ਆ। ਜਿਹੜੀ ਸਾਡੇ ਨਾਲ ਸਹਿਯੋਗੀ ਹੈ ਉੱਥੇ ਦੁਸ਼ਯੰਤ ਚੌਟਾਲਾ ਜੀ, ਉਹ ਖੁਦ ਕਿਸਾਨੀ ਪਰਿਵਾਰ ਤੋਂ ਹੈ। ਉਹਨਾਂ ਨੇ ਕਿਹਾ ਜੇ ਕੁਝ ਗਲਤ ਹੋਊਗਾ ਤਾਂ ਮੈਂ ਜ਼ਿੰਮੇਵਾਰ ਹਾਂ। ਉਹਨਾਂ ਨੂੰ ਵੀ ਪਤਾ ਲੱਗ ਗਿਆ। ਪੰਜਾਬ ਦੇ ਵਿੱਚ ਕੌਣ ਜ਼ਿੰਮੇਵਾਰ ਹੈ? ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ, ਜਿਹੜੀ ਇਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਪੰਜਾਬ ਦੇ ਵਿੱਚ ਜੇ ਫਸਲ ਨਹੀਂ ਚੁੱਕੀ ਜਾਂਦੀ, ਦੋ ਬੀਜੇਪੀ ਦੇ ਐਮਐਲਏ ਆ ਤੇ 2 ਬੀਜੇਪੀ ਦੇ ਐਮਪੀ ਆ। ਦੇਖੋ ਭਾਰਤੀ ਜਨਤਾ ਪਾਰਟੀ ਜੇ ਰਾਜਨੀਤਿਕ ਦ੍ਰਿਸ਼ਟੀ ਦੇ ਨਾਲ ਪੰਜਾਬ 'ਚ ਦੇਖਣਾ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਸੱਤਾ ਜ਼ਿਆਦਾ ਜ਼ਰੂਰੀ ਨਹੀਂ ਸੀ ਪੰਜਾਬ ਦੇ ਵਿੱਚ। ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਭਾਈਚਾਰਾ, ਹਿੰਦੂ ਸਿੱਖ ਭਾਈਚਾਰਾ, ਪੰਜਾਬ ਅਤੇ ਪੰਜਾਬੀਅਤ ਜ਼ਰੂਰੀ ਹੈ। ਔਰ ਪੰਜਾਬ ਦੇ ਅੰਦਰ ਮੈਂ ਸਮਝਦਾ ਨਰਿੰਦਰ ਮੋਦੀ ਸਰਕਾਰ ਨੇ ਜੇ ਸਭ ਤੋਂ ਜ਼ਿਆਦਾ ਆਪਣੀ ਸਰਕਾਰ 'ਚ ਕੰਮ ਕੀਤਾ ਪੰਜਾਬੀਆਂ ਦਾ ਕੀਤਾ। ਪੰਜਾਬੀਆਂ ਦੇ ਹਰ ਤਰ੍ਹਾਂ ਦੇ ਰਾਖੇ ਬਣ ਕੇ ਉੱਭਰੇ ਆ। ਸਭ ਤੋਂ ਵੱਧ ਇਸ ਵੇਲੇ ਵਿਰੋਧ ਪੰਜਾਬੀ ਕਰ ਰਿਹਾ। ਕੀ ਗੱਲ ਪੰਜਾਬੀ ਇੰਨਾ ਮੂਰਖ ਹੋ ਗਿਆ? ਪੰਜਾਬ ਨੂੰ ਕੀ ਗੱਲ ਇੰਨੀ ਆਪਣੇ ਹੱਕਾਂ ਦੀ ਜਾਣੂ ਨਹੀਂ ਕਿ ਉਹ ਕੀ ਗੱਲ ਪੰਜਾਬ ਹੀ ਕਿਉਂ ਇੰਨਾ ਟਾਰਗੇਟ ਕੀਤਾ ਜਾ ਰਿਹਾ? ਇਹ ਤਾਂ ਇਹ ਕਿਹਾ ਜਾ ਰਿਹਾ ਸਿਰਫ ਤੇ ਸਿਰਫ ਅੰਬਾਨੀ ਤੇ ਅਡਾਨੀਆਂ ਨੂੰ ਫਾਇਦਾ ਹੋਣਾ, ਇਹਦੇ ਨਾਲ ਕੁਝ ਨਹੀਂ ਕਿਸੇ ਨੂੰ ਫਾਇਦਾ ਹੋਣਾ। ਪੰਜਾਬ ਦਾ ਕਿਸਾਨ ਮਰ ਜੂ ਇਹਦੇ ਨਾਲ। ਦੇਖੋ ਫਿਰ ਉੱਥੇ ਆ ਗਏ ਆਪਾਂ। ਅੰਬਾਨੀ ਅਡਾਨੀ ਕੋਈ ਦੇਸ਼ ਦੇ ਮਾਲਕ ਨਹੀਂ ਹੈ। ਅੰਬਾਨੀਆਂ ਦੇ ਕਹਿਣ ਤੇ ਸਰਕਾਰ ਨਹੀਂ ਚੱਲਦੀ। ਜੇ ਅੰਬਾਨੀਆਂ ਦੇ ਕਹਿਣ ਤੇ ਹੀ ਸਰਕਾਰਾਂ ਚੱਲਦੀਆਂ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ
ਕੋਈ ਵੀ ਪਾਰਟੀ ਹੁੰਦੀ ਫਿਰ ਉਹੀ ਹੁੰਦੇ, ਫਿਰ ਜਾਂ ਟਾਟਾ ਵਾਲੇ ਹੁੰਦੇ ਜਾਂ ਅੰਬਾਨੀ ਹੁੰਦੇ ਜਾਂ ਅਡਾਨੀ ਹੁੰਦੇ ਜਾਂ ਹੋਰ ਬੜੇ ਇਦਾਂ ਦੇ ਰਈਸ ਜ਼ਿਆਦੇ ਆ ਉਹ ਹੁੰਦੇ। ਸਰਕਾਰਾਂ ਇਹਨਾਂ ਦੇ ਵੱਡੇ ਜਿਹੜੇ ਆਪਣੇ ਦੇਸ਼ ਦੇ ਇੰਡਸਟਰੀਲਿਸਟ ਹੈ ਉਹਨਾਂ ਦੀ ਸਲਾਹ ਮਸ਼ਵਰਾ ਲੈਂਦੀ ਹੁੰਦੀ ਹੈ। ਸਰਕਾਰ ਨੇ ਆਪਣੀ, ਅਸੀਂ ਅਡਾਨੀਆਂ ਲਈ ਦੇਸ਼ ਦੇ ਲਈ ਸਰਕਾਰ ਨੇ ਚਲਾ ਬਿਜ਼ਨਸਮੈਨਾਂ ਦੀ ਸਲਾਹ ਲੈਣੀ ਹੈ ਤੇ ਗਰਾਊਂਡ ਤੇ ਆ ਕੇ ਸਰੀਨ ਸਾਹਿਬ ਇਹਨਾਂ ਕਿਸਾਨਾਂ ਦੀ ਵੀ ਤਾਂ ਸਾਰ ਲੈ ਲੈਣੀ ਚਾਹੀਦੀ ਸੀ ਨਾ, ਜਿਨ੍ਹਾਂ ਨੇ ਸਾਰੀ ਉਮਰ ਖੇਤੀ ਕੀਤੀ। ਇਹਨਾਂ ਨੂੰ ਪੁੱਛ ਲੈਣਾ ਚਾਹੀਦਾ ਸੀਗਾ ਕਿ ਤੁਹਾਡਾ ਕਿੱਦਾਂ ਫਾਇਦਾ ਹੋਣਾ। ਤੁਸੀਂ ਇਹਨਾਂ ਲਈ ਕਾਨੂੰਨ ਲੈ ਕੇ ਆਏ ਹੋ ਨਾ, ਤੁਸੀਂ ਜੇ ਇਹਨਾਂ ਲਈ ਕਾਨੂੰਨ ਲੈ ਕੇ ਆਏ, ਜੇ ਇਹਨਾਂ ਨੂੰ ਹੀ ਨਹੀਂ ਪੁੱਛਿਆ ਤਾਂ ਫਿਰ ਕੀ ਫਾਇਦਾ ਹੋਊਗਾ ਜੀ? ਕਿਉਂ ਨਹੀਂ ਪੁੱਛਿਆ ਤੁਸੀਂ? ਇਹ ਮੈਂ ਤੁਹਾਨੂੰ ਉਹ ਗੱਲ ਦੱਸੀ ਕਿ ਵੱਡੇ ਹਰ ਵਪਾਰੀ, ਛੋਟਾ ਵੱਡਾ, ਤੁਹਾਨੂੰ ਇਹ ਜਿਹੜਾ ਇਹਨਾਂ ਨੇ ਆਪਾਂ ਬਣਾਇਆ ਫੂਡ ਪ੍ਰੋਡਕਸ਼ਨ ਆਰਗੇਨਾਈਜੇਸ਼ਨ ਬਣਾਈ ਹੈ, ਫਿਰ ਵਪਾਰੀਆਂ ਨਾਲ ਗੱਲ ਕੀਤੀ ਨਾ, ਫਿਰ ਮੈਂ ਤੁਹਾਨੂੰ- ਖੇਤਾਂ ਦੇ ਪੁੱਤ ਨਾਲ ਤਾਂ ਗੱਲ ਕੀਤੀ ਨਹੀਂ। ਆਪਾਂ ਤੁਸੀਂ ਰਿਲਾਇੰਸ ਦੀ ਗੱਲ ਕਰ ਰਹੇ ਸੀ ਨਾ, ਅਡਾਨੀ ਤੇ ਉਹਨਾਂ ਦੀ, ਜਿਹੜਾ ਉਹਨਾਂ ਦੇ ਮੁਤਲਕ ਕੰਮ ਹੈ ਉਹਨਾਂ ਨਾਲ ਸਲਾਹ। ਜੇ ਕ੍ਰਿਸ਼ੀ ਕਾਨੂੰਨ ਬਣਾਇਆ, ਅੱਜ ਕ੍ਰਿਸ਼ੀ ਮੰਤਰੀ ਸਾਡੇ ਹਰ ਆਰਗੇਨਾਈਜੇਸ਼ਨਾਂ ਨਾਲ ਮਿਲੇ। ਦੇਖੋ ਨਾ ਪੰਜਾਬ ਦੇ ਵਿੱਚ ਹੀ ਔਰ ਪੰਜਾਬ ਦੇ ਅੰਦਰ, ਮੈਂ ਸਮਝਦਾ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ, ਇਹਦੇ ਵਿੱਚ ਸ਼ਰਾਰਤੀ ਲੋਕ ਹੈ। ਉਹਦਾ ਸਬੂਤ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਧਰਨਾ ਹੋਵੇ ਤਾਂ ਦੇਸ਼ ਵਿਰੋਧੀ ਨਾਰੇ ਲੱਗਣ ਜੀ। ਸਬੂਤ ਹੈ, ਔਨ ਰਿਕਾਰਡ ਹੈ, ਉੱਥੇ ਦੇਸ਼ ਵਿਰੋਧੀ ਨਾਰੇ ਲੱਗਣ। ਇਹ ਦੇਸ਼ ਵਿਰੋਧੀ ਲੋਕਾਂ ਨੇ ਭੜਕਾਉਣ ਦਾ ਕੰਮ ਕਰ ਰਹੇ। ਔਰ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਦੇਣਾ ਚਾਹੁੰਦਾ, ਜਿਹੜੇ ਲੋਕ ਕਹਿੰਦੇ ਆ ਨਾ ਕਿਸਾਨਾਂ ਨੂੰ ਕਾਨੂੰਨ ਇਹ ਅੰਗਰੇਜ਼ੀ ਵਾਲਾ ਸਮਝ ਨਹੀਂ ਲੱਗਣਾ, ਉਹ SDM ਦੇ ਜਾਊਗਾ, ਇਹ ਅਨਪੜ੍ਹ ਹੈ, ਇਹ ਅਨਪੜ੍ਹ ਨਹੀਂ ਹੈ। ਹੁਣ ਕਿਸਾਨ ਦਾ ਨਿਆਣਾ ਆਈਲਟ ਕਰਦਾ ਹੈ, ਹਰ ਨਿਆਣਾ ਬੈਂਕ 'ਚ ਜਾਂਦਾ ਹੈ, ਕਿਸਾਨ ਬੈਂਕ 'ਚ ਜਾਂਦਾ ਹੈ। ਕਿਸਾਨ ਨੂੰ ਬੈਂਕ ਕੱਲੀ ਖੇਤੀ ਵਾਲਾ, ਇਹਨਾਂ ਨੇ ਜਿਹੜਾ ਕਿਸਾਨ ਰੱਖਿਆ ਸੀ ਉਹ ਕਿਸਾਨ ਇੱਕ ਮਜਬੂਰ ਰੱਖਿਆ ਤੇ ਸਿਰਫ ਟਰੈਕਟਰ ਵਾਲਾ ਖੇਤੀ ਵਾਲਾ ਹੀ ਕਿਸਾਨ ਰੱਖਿਆ ਸੀ। ਅੱਜ ਕਿਸਾਨ ਵੱਡੇ ਵੱਡੇ ਬੈਂਕਾਂ 'ਚ ਵੀ ਜਾਂਦਾ ਹੈ, ਵੱਡੀ ਵੱਡੀ ਇੰਡਸਟਰੀਆਂ 'ਚ ਵੀ ਜਾਂਦਾ ਹੈ। ਕਿਸਾਨ ਹਰ ਉਹ ਕੰਮ ਕਰਦਾ ਹੈ ਜੋ ਦੇਸ਼ ਦੀ ਤਰੱਕੀ ਪ੍ਰਗਤੀ ਦੇ ਲਈ ਔਰ ਉਸਦੇ ਵਿਕਾਸ ਲਈ, ਉਸਦੇ ਪਰਿਵਾਰ ਦੇ ਵਿਕਾਸ ਦੇ ਲਈ ਹੈ। ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਤੇ ਸਿਰਫ ਔਰ ਸਿਰਫ ਵਿਰੋਧੀ ਧਿਰਾਂ ਦੇ ਲੀਡਰ, ਕਿਉਂਕਿ ਕਾਂਗਰਸ ਪਾਰਟੀ ਜਦੋਂ ਪੰਜਾਬ 'ਚ ਆਈ ਸੀ, ਕਰੋੜਾਂ, ਮਤਲਬ ਹਜ਼ਾਰਾਂ ਦੀ ਗਿਣਤੀ 'ਚ ਕਰੋੜਾਂ ਦੇਣ ਦੇ ਵਾਅਦੇ ਕੀਤੇ ਸੀ। ਕਿਸਾਨਾਂ ਨੂੰ ਟਰੈਕਟਰ ਹਰ ਸਾਲ 25,000 ਟਰੈਕਟਰ ਦੇਣ ਦੀ ਗੱਲ ਕੀਤੀ ਸੀਗੀ ਸਬਸਿਡੀ, ਤੇ 4 ਸਾਲਾਂ 'ਚ 1 ਲੱਖ ਟਰੈਕਟਰ ਬਣਦਾ, ਇੱਕ ਟਰੈਕਟਰ ਨੇ ਦਿੱਤਾ। ਕਿਸਾਨਾਂ ਨੂੰ ਇਹਨਾਂ ਨੇ ਕਿਹਾ ਸੀ ਹਰ ਤਰ੍ਹਾਂ ਦਾ ਕਰਜ਼ਾ, ਚਾਹੇ ਉਹ ਸਰਕਾਰੀ ਬੈਂਕ ਹੈ, ਚਾਹੇ ਉਹ ਪ੍ਰਾਈਵੇਟ ਬੈਂਕ ਹੈ, ਚਾਹੇ ਉਹ ਆੜਤੀ ਦਾ, ਚਾਹੇ ਕੋਆਪਰੇਟਿਵ ਸੁਸਾਇਟੀ ਦਾ, ਉਹ ਕਰਜ਼ਾ ਮਾਫ ਨਹੀਂ ਕੀਤਾ। ਇਹਨਾਂ ਦੇ ਦੁੱਖੋਂ ਕਿਸਾਨ ਜਿਹੜੇ ਹੈ ਉਹ ਆਤਮ ਹੱਤਿਆ ਕਰਕੇ, ਇਹਨਾਂ ਨੇ ਹਰ ਤਰ੍ਹਾਂ ਦੇ ਘੁਟਾਲੇ ਕਰਤੇ, ਬੀਜ ਘੁਟਾਲਾ ਕਰਤਾ, ਹਰ ਤਰ੍ਹਾਂ ਦੇ, ਮੈਂ ਲੰਬੀ ਚੌੜੀ ਲਿਸਟ ਹੈ। ਜੇ ਮੈਂ ਹੋਰ ਪਾਸੇ ਇਹਨਾਂ ਨੇ ਕੁਝ, ਇਹ ਉਹ ਲੋਕ ਖੱਪ ਆਉਂਦੇ ਪਏ ਐ, ਇਹ ਨਸ਼ੇ ਦੀ ਗੱਲ ਕਰ, ਇਹਨਾਂ ਨੇ ਪੰਜਾਬ ਦੀ ਜਵਾਨੀ ਰੋਲ ਦਿੱਤੀ ਹੈ, ਕਿਸਾਨੀ ਰੋਲਣ ਵੱਲ ਨੂੰ ਤੁਰਿਆ। ਉਹ ਕਹਿੰਦੇ ਵੀ ਅਸੀਂ ਜੇ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਤੁਸੀਂ ਤਾਂ ਕਹਿੰਦੇ ਵੀ ਹੁਣ ਸਭ ਕੁਝ ਹੀ ਖਤਮ ਕਰ ਦੇਣਾ ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਲੈ ਆਂਦਾ। ਮੈਂ ਕਿਹਾ ਜੀ, ਅੱਜ ਤੋਂ ਮੈਂ ਜੰਮਿਆ ਨਹੀਂ ਸੀਗਾ, ਬੜੀ ਦੇਰ ਪਹਿਲਾਂ ਦੀ, ਸ਼ਾਇਦ ਤੁਸੀਂ ਵੀ ਆਪਾਂ ਹਮ ਉਮਰ ਹੀ ਹੈ, ਕਿ ਪੰਜਾਬ ਜਦੋਂ ਦੇਸ਼ ਦੇ ਅੰਦਰ ਡੈਮ ਬਣੇ ਸੀ ਉਦੋਂ ਵਿਰੋਧੀ ਲੋਕਾਂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਕਿ ਇਹ ਜਿਹੜਾ ਪਾਣੀ ਤੁਹਾਡੇ ਖੇਤਾਂ 'ਚ ਛੱਡਿਆ ਹੁਣ ਇਹਨਾਂ ਨੇ, ਇਹਨਾਂ 'ਚੋਂ ਬਿਜਲੀ ਕੱਢ ਲਈ ਹੈ, ਡੈਮ ਤੋਂ ਆਣਾ ਪਾਣੀ, ਤੇ ਤੁਹਾਡੀ ਜਿਹੜੀ ਫਸਲ ਹੈ ਉਹ ਉਪਜਾਊ ਨਹੀਂ ਰਹਿਣੀ। ਤੇ ਕਿਸਾਨ ਵਿਚਾਰੇ ਉਦੋਂ ਗੁੰਮਰਾਹ ਹੋ ਗਏ। ਉਹੀ ਹਾਲਾਤ ਅੱਜ ਕਰ ਰਹੇ ਆ। ਔਰ ਮੈਂ ਤੁਹਾਨੂੰ ਇਹ ਦੱਸਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ 'ਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਦਾ ਹੋਊਗਾ। ਔਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ, ਕਹਿ ਰਹੇ ਹੋ ਜੇ ਅੱਜ ਦੇ ਮਾਹੌਲ ਨੂੰ ਵੇਖਿਆ ਜਾਵੇ ਸਰੀਨ ਸਾਹਿਬ, ਕਿਸ ਆਧਾਰ ਤੇ ਕਹਿ ਰਹੇ ਹੋ ਕਿ ਕਿਸਾਨ ਤੁਹਾਡੇ ਨਾਲ ਬੀਜੇਪੀ ਨਾਲ ਖੜ ਜਾਊਗਾ ਜੀ? ਬੀਜੇਪੀ ਦਾ ਇੱਕ ਲੀਡਰ ਵੀ ਉੱਥੇ ਧਰਨੇ ਤੇ ਕਿਤੇ ਪਹੁੰਚ ਜੇ ਤੇ ਤੁਹਾਨੂੰ, ਤੁਸੀਂ ਵੀਡੀਓ ਦੇਖੀਆਂ ਹੋਣੀਆਂ ਵੀ ਬੀਜੇਪੀ ਦੇ ਲੀਡਰ ਦਾ ਕੀ ਹਾਲ ਬਣਿਆ ਜੀ। ਮੈਂ ਕਿਹਾ ਤੁਸੀਂ, ਜਦੋਂ ਅਸੀਂ 2014 ਚ ਮੋਦੀ ਜੀ ਦੇ ਪੁਰਾਣੇ ਚੁਣਾਵਾਂ ਤੇ ਚਲ ਜਾਂਦੇ ਆ, ਜਦੋਂ 7 ਚ ਮੋਦੀ ਜੀ ਦੇ ਗੁਜਰਾਤ ਚੁਣਾਵ ਸੀ, ਉਹ ਕਹਿੰਦੇ ਸੀ ਮੋਦੀ ਨਹੀਂ ਆਏਗਾ, 7 ਚ ਆਇਆ। ਉਹ ਕਹਿੰਦੇ 12 ਚ ਮੋਦੀ ਨਹੀਂ ਆਏਗਾ, ਉਹ 12 ਚ ਆਇਆ। 14 ਚ ਆਇਆ, ਕਹਿੰਦੇ ਗਠਬੰਧਨ ਚ ਆਏਗਾ। ਚਲੋ ਮਤਲਬ ਇਹਦੇ ਕੋਲ ਬਹੁਮਤ ਨਹੀਂ ਆਣਾ, ਉਦੋਂ 272 ਪਾਰ ਕਰ ਗਏ। ਐਤਕੀ 19 ਚ ਕਹਿੰਦੇ ਸੀ ਕਿ ਮੋਦੀ ਦੀ ਮਤਲਬ 200 ਨਹੀਂ ਟੱਪਣਾ ਮੋਦੀ ਨੇ, ਮੋਦੀ 300 ਪਾਰ ਹੋ ਗਿਆ। ਕਿਉਂ? ਕਿ ਮੋਦੀ ਨੇ ਗੱਲਾਂ ਨਹੀਂ ਕਰਦੇ, ਮੋਦੀ ਸਰਕਾਰ ਕੰਮ ਕਰਦੀ ਹੈ। ਔਰ ਪੰਜਾਬ ਦੇ ਅੰਦਰ ਜਿਹੜੇ ਲੋਕ, ਮੈਂ ਫਿਰ ਉਹ ਤੁਹਾਨੂੰ ਇਹ ਦੱਸ ਰਿਹਾ ਕਿ ਜਿਹੜੇ ਲੋਕਾਂ ਨੇ ਭੜਕਾਉਣ ਦਾ ਜਿਹੜਾ ਕੰਮ, ਇਹਨਾਂ ਨੇ ਕਾਲੇ ਬਾਦਲ, ਜਿਹੜੇ ਝੂਠੇ ਬਾਦਲ ਪੰਜਾਬ 'ਚ ਰਾਜਨੀਤਿਕ ਦੇ ਛਾਏ ਹੈ, ਇਹ ਦਿਨ ਚੜਨ ਵਾਲਾ। ਭੜਕਾ ਕੌਣ ਰਿਹਾ ਜੀ? ਭੜਕਾਉਣ ਕੌਣ ਰਿਹਾ? ਕਾਂਗਰਸ ਪਾਰਟੀ ਸਿੱਧੇ ਸਿੱਧੇ ਤੌਰ ਤੇ ਭੜਕਾ ਰਹੀ ਹੈ। ਕਾਂਗਰਸ ਦੇ ਲੀਡਰ ਭੜਕਾ ਰਹੇ ਆ। ਅੱਜ ਕਾਂਗਰਸ ਦੇ ਉਹ ਲੀਡਰ ਉਹ ਟਰੈਕਟਰ ਸਾੜ ਰਹੇ ਆ। ਹਰ ਇੱਕ ਕਿਸਾਨ ਦਾ ਸੁਪਨਾ ਹੁੰਦਾ ਉਹ ਟਰੈਕਟਰ ਲਵੇ, ਉਹੀ ਸਾੜ ਦਿੱਤਾ। ਇਹ ਕੀ ਦੱਸਣਾ ਚਾਹੁੰਦੇ ਆ? ਇਹ ਕਿਸਾਨਾਂ ਦੇ ਸੁਪਨੇ ਸਾੜਨ ਵਾਲੀ ਸਰਕਾਰ ਹੈ ਔਰ ਭਾਰਤੀ ਜਨਤਾ ਪਾਰਟੀ ਸੁਪਨਿਆਂ ਨੂੰ ਪੂਰੇ ਕਰਨ ਵਾਲੀ ਸਰਕਾਰ ਹੈ। ਸਿੰਘ ਸਾਹਿਬ, ਤੁਹਾਨੂੰ ਲੱਗਦਾ ਕਿ ਪੰਜਾਬ ਦੀ ਸੋਚ ਤੇ ਪੰਜਾਬ ਦੀ ਰਾਜਨੀਤੀ ਦੇਸ਼ ਨਾਲ ਰਲਦੀ ਹੈ?
ਕਿਉਂਕਿ ਇਹ ਬਿਲਕੁਲ ਉਲਟ ਆ। ਇਹ ਪੰਜਾਬੀਆਂ ਦੇ ਦਿਮਾਗ ਬਿਲਕੁਲ ਉਲਟ ਆ ਦੇਸ਼ ਦੀ ਰਾਜਨੀਤੀ ਨਾਲੋਂ। ਤੁਸੀਂ ਚਾਹੇ ਪਿਛਲਾ 10 ਸਾਲਾਂ ਦਾ ਇਤਿਹਾਸ ਦੇਖ ਲਓ ਕਿ ਪੰਜਾਬ 'ਚ ਰਾਜਨੀਤੀ ਹੋਰ ਹੁੰਦੀ ਹੈ ਤੇ ਪੂਰੇ ਦੇਸ਼ 'ਚ ਰਾਜਨੀਤੀ ਹੋਰ ਹੁੰਦੀ ਹੈ। ਤੁਹਾਨੂੰ ਲੱਗਦਾ ਕਿ ਦੇਸ਼ ਦਾ ਏਜੰਡਾ ਪੰਜਾਬ ਦੇ ਉੱਤੇ ਲਾਗੂ ਹੋ ਜਾਊਗਾ? ਤੁਸੀਂ ਚਿੰਤਾ ਨਾ ਕਰੋ, ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੇ ਦੇਸ਼ ਨੂੰ ਸਮੇਂ-ਸਮੇਂ ਤੇ ਬਚਾਇਆ, ਹਰ ਮੁਸ਼ਕਲ ਘੜੀ ਚੋਂ ਕੱਢਿਆ। ਪੰਜਾਬੀ ਉਹ ਕੌਮ ਹੈ ਜਿਹਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ। ਔਰ ਪੰਜਾਬੀ ਕਦੀ ਦੇਸ਼ ਦੀ ਏਕਤਾ ਅਖੰਡਤਾ ਨੂੰ ਦਾਗ ਲਾਉਣ ਵਾਲਾ, ਕਿਸੇ ਨਾਲ ਜਿਸ ਕੰਮ ਦੇ ਨਾਲ ਦੇਸ਼ ਨੂੰ ਨੁਕਸਾਨ ਹੈ, ਉਹ ਕਦੀ ਕੰਮ ਨਹੀਂ ਕੀਤਾ ਉਹਨਾਂ ਨੇ। ਔਰ ਇਸ ਕੰਮ ਦੇ ਵਿੱਚ ਵੀ ਇੱਕ ਦੇਸ਼ ਇੱਕ ਮਾਰਕੀਟ ਕਿਹਾ ਨਾ, ਪੰਜਾਬ ਦਾ ਕਿਸਾਨ ਪੂਰੀ ਦੁਨੀਆ ਨੂੰ ਦੱਸੂਗਾ ਜੇ ਸਾਡੇ ਕਿਸਾਨਾਂ ਦਾ 70 ਸਾਲਾਂ 'ਚ ਕਿਸੇ ਨੇ ਵਿਕਾਸ ਕੀਤਾ, ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ। ਔਰ ਇਹ ਜਿਹੜੇ 3 ਆਰਡੀਨੈਂਸ ਆਏ ਆ, ਇਹਦੇ ਵਿੱਚ ਕਿਸਾਨ ਦੀ ਜ਼ਮੀਨ ਨੂੰ ਵੀ ਕੋਈ ਖਤਰਾ ਨਹੀਂ ਹੈ। ਇਲਜ਼ਾਮ ਤੁਹਾਡੇ ਇਹ ਲੱਗਦੇ ਤੁਸੀਂ ਪੰਜਾਬ ਨੂੰ, ਪੰਜਾਬੀਅਤ ਨੂੰ ਤੇ ਪੰਜਾਬੀ ਨੂੰ ਖਤਮ ਕਰ ਰਹੇ ਹੋ। ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਕੱਢਤੀ ਤੁਸੀਂ। ਮੈਂ ਤੁਹਾਨੂੰ ਆ ਤੁਸੀਂ ਸਵਾਲ ਵਧੀਆ ਕੀਤਾ, ਕੌਣ ਕਹਿੰਦਾ ਕੱਢ ਦਿੱਤੀ? ਮੈਂ ਤੁਹਾਨੂੰ ਆਰਟੀਕਲ ਪੜ੍ਹਾ ਦਿੰਦਾ। ਇਹ ਜੰਮੂ ਦੇ ਵਿੱਚ ਤੁਸੀਂ ਪੰਜਾਬੀ ਦਾ ਦਰਜਾ ਖਤਮ ਨਹੀਂ ਕੀਤਾ। ਆ ਲੋ, ਇਹ ਉਹਨਾਂ ਦੇ ਵਿੱਚ ਐਕਟ ਦੇ ਵਿੱਚ ਹੈ, ਪ੍ਰਮੋਸ਼ਨ ਐਂਡ ਡਿਵੈਲਪਮੈਂਟ ਆਫ ਰੀਜਨਲ ਲੈਂਗੁਏजेस। The administrator may, for the promotion and development of regional languages of the union territory, take necessary steps to strengthen the existing institutional mechanisms such as the Academy of Art, Culture and Languages in the union territory. ਅੱਗੇ ਸੁਣ ਲਓ, ਦਾ clause 4 clause ਦਾ 2 number. The institution mechanism referred to in subsection 1 shall make special efforts for the promotion and development of Gojri, Pahadi and Punjabi languages. ਇਹ ਤਾਂ ਦੂਜੇ ਨੰਬਰ ਦੀ ਸੀਗੀ ਨਾ। ਇਹ ਪਹਿਲਾਂ ਤਾਂ ਉਹਨਾਂ ਨੇ ਇੱਕ ਬਰੀਫ ਦੱਸਿਆ ਨਾ ਕੀ ਹੈ, ਕਾਹਦੇ ਲਈ ਕਰਨਾ, ਆਰਟ ਕਲਚਰ ਦੇ ਲਈ ਕਰਨਾ, ਤੇ ਇਹਦੇ ਵਿੱਚ ਕਿੱਥੇ ਨਹੀਂ ਹੈ। ਇਹ ਤਾਂ ਸਿਰਫ ਝੂਠ ਬੋਲਿਆ ਸਾਡੇ ਪ੍ਰਦੇਸ਼ ਅਧਿਕਸ਼ ਜੀ ਨੇ ਵੀ ਕਿਹਾ। ਇਸ ਤੋਂ ਕੋਈ ਉਹ ਗੱਲ ਨਹੀਂ ਹੈ ਕਿ ਪੰਜਾਬੀ ਨੂੰ ਕੱਢ ਦਿੱਤਾ। ਇਹ ਗੁੰਮਰਾਹ ਕਰ ਰਿਹਾ। ਇਹ ਮੈਂ ਸਮਝਦਾ ਕਿਸਾਨਾਂ ਨੂੰ ਨਹੀਂ, ਇਹ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ। ਇਹ ਮੈਂ ਸਮਝਦਾ ਜਿਹੜਾ ਗੁੰਮਰਾਹ ਕਰਨਾ ਹੁੰਦਾ ਨਾ ਜੀ ਮੁਲਕ ਨੂੰ, ਉਹ ਰਾਸ਼ਟਰ ਧਰਮ ਨਹੀਂ ਹੁੰਦਾ, ਉਹ ਰਾਸ਼ਟਰ ਦੇ ਨਾਲ ਧਰੋ ਹੁੰਦਾ। ਤੁਹਾਡੇ ਤੇ ਇਲਜ਼ਾਮ ਇਹ ਵੀ ਲੱਗਦੇ ਆ ਕਿ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰ ਦੇਣਾ। ਅੱਜ ਕੱਲ ਤੁਸੀਂ ਵੈਸੇ ਆਹ ਕਹਿ ਰਹੇ ਹੋ ਕਿ ਉੱਥੇ ਦੇਸ਼ ਵਿਰੋਧੀ ਨਾਰੇ ਲੱਗੇ ਆ, ਪਰ ਕਹਿੰਦੇ ਜੇ ਲੱਗ ਵੀ ਰਹੇ ਆ ਤੇ ਬੀਜੇਪੀ ਕਰਕੇ ਲੱਗੇ ਆ ਜੀ। ਨਹੀਂ, ਪਹਿਲਾਂ ਤਾਂ ਮੈਨੂੰ ਇਹ ਦੱਸੋ ਮੈਂ ਗਲਤ ਕਹਿ ਰਿਹਾ? ਲੱਗੇ ਕਿ ਨਹੀਂ ਲੱਗੇ? ਨਹੀਂ, ਨਾਰੇ ਤਾਂ ਦੇਖੋ, ਨਾਰੇ ਲੱਗਣੇ ਠੀਕ ਆ, ਪਰ ਲੱਗੇ ਕਿਹਦੇ ਕਰਕੇ ਆ ਇਹ ਵੀ ਦੇਖੋ ਜੀ। ਮੈਂ ਹੁਣ ਤੁਹਾਨੂੰ ਇਹ ਦੱਸਣ ਲੱਗਾ, ਇੱਕ ਬੰਦੇ ਨੂੰ ਨਾ ਫੋਬੀਆ ਹੋ ਜਾਂਦਾ ਜੇ ਭਾਰਤੀ ਜਨਤਾ ਪਾਰਟੀ ਕੋਈ ਵੀ ਕੰਮ ਕਰਦੀ ਹੈ, ਇਹਨਾਂ ਨੂੰ ਉਲਟੀ ਲੱਗਦਾ। ਭਾਰਤੀ ਜਨਤਾ ਪਾਰਟੀ ਨੇ 370 ਤੋੜੀ, ਉਹ ਗਲਤ ਜੀ। ਦੇਸ਼ ਦੀ ਜਨਤਾ ਨੂੰ ਪੁੱਛੋ, ਗਲਤ ਹੈ। ਭਾਰਤੀ ਜਨਤਾ ਪਾਰਟੀ ਨੇ ਟ੍ਰਿਪਲ ਤਲਾਕ ਦਾ ਕਾਨੂੰਨ ਲਿਆਂਦਾ, ਉਹ ਗਲਤ ਹੈ ਕਿ ਸਹੀ ਹੈ? ਭਾਰਤੀ ਜਨਤਾ ਪਾਰਟੀ ਦੀ ਸਰਕਾਰ 'ਚ ਰਾਮ ਮੰਦਿਰ ਦੇ ਨਿਰਮਾਣ ਦਾ ਕਾਰਜਕ੍ਰਮ ਸੀ, ਇਹਨਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਜਨਤਾ ਪਾਰਟੀ ਜੇ ਹਰ ਉਹ ਕੰਮ ਕਰ ਰਹੀ ਹੈ, CAA ਕਾਨੂੰਨ ਜੀ, ਨਾਗਰਿਕਤਾ ਸੰਸ਼ੋਧਨ ਕਾਨੂੰਨ, ਜਿਹਦਾ ਇੰਨਾ ਹਾਓ ਹੱਲਾ ਪਾਇਆ, ਉਹਦੇ 'ਚ ਸਭ ਤੋਂ ਜ਼ਿਆਦਾ ਫਾਇਦਾ ਕਿਹਦਾ ਹੋਇਆ ਮੈਨੂੰ ਦੱਸੋ? ਕਹਿੰਦੇ ਮੁੱਦੇ ਕਮਾਉਣਾ ਤੇ ਮੁੱਦੇ ਲਿਆਉਣਾ ਵੀ ਬੀਜੇਪੀ ਨੂੰ ਬੜੇ ਚੰਗੀ ਤਰ੍ਹਾਂ ਆਉਂਦੇ ਆ। ਜਦੋਂ ਕਿਸੇ ਦੇ ਖਿਲਾਫ, ਮੇਰੇ ਕੋਲ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਨਾ ਹੋਣੀ, ਫਿਰ ਮੈਂ ਪੁੱਠੀਆਂ ਸਿੱਧਾਂ ਗੱਲਾਂ ਕਰਨੀਆਂ। ਮੈਂ ਇਸੇ ਹੀ ਸਿਰਫ ਇਸ ਕਿਸਾਨ ਦੇ ਇਰਦ ਗਿਰਦ ਰਹਿਣਾ। ਮੈਨੂੰ ਇਹ ਦੱਸੋ, CAA ਕਾਨੂੰਨ ਦਾ ਇਹ ਹਾ ਹੱਲਾ ਪਾਇਆ ਸੀ, ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋਇਆ? ਸਭ ਤੋਂ ਜ਼ਿਆਦਾ ਫਾਇਦਾ ਪੰਜਾਬੀਆਂ ਨੂੰ ਹੋਇਆ, ਔਰ ਸਾਡੇ ਹਿੰਦੂ ਸਿੱਖ ਭਾਈਆਂ ਨੂੰ ਹੋਇਆ। ਕੈਪਟਨ ਅਮਰਿੰਦਰ ਸਿੰਘ ਜਿਹੜਾ ਚੜ ਕੇ ਮੱਚ ਆਉਂਦੇ ਸੀ ਕਿ ਇਹ ਕਾਨੂੰਨ ਗਲਤ ਹੈ। ਮੈਂ ਤੁਹਾਨੂੰ ਦੱਸਣਾ ਚਾਹਣਾ, ਲੋਕਡਾਊਨ ਦੇ ਦੌਰਾਨ ਇਹਨਾਂ ਨੇ ਚਿੱਠੀ ਲਿਖੀ ਕਿ ਅਫਗਾਨਿਸਤਾਨ ਚੋਂ ਸਿੱਖ ਪਰਿਵਾਰ ਲੈ ਕੇ ਆਓ। ਮੈਨੂੰ ਜੇ ਤੁਸੀਂ ਕਹੋ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ। ਉਹ ਕਹਿੰਦਾ ਤਾਜ਼ਾ ਅਫਗਾਨਿਸਤਾਨ ਤੋਂ ਇੱਕ ਪਰਿਵਾਰ ਆਇਆ, ਉਹ ਕਹਿੰਦਾ ਮੇਰੇ ਪਰਿਵਾਰ ਦੇ 6 ਬੰਦੇ ਸੀ, 5 ਮਾਰ ਦਿੱਤੇ, ਸੰਸਕਾਰ ਨਹੀਂ ਕਰਨ ਦਿੱਤਾ। ਮਤਲਬ ਇਹ ਜਿਹੇ ਹਾਲਾਤਾਂ ਦੇ ਵਿੱਚੋਂ ਅਸੀਂ ਉਹ ਕਾਨੂੰਨ ਅਸੀਂ ਪਹਿਲਾਂ ਹੀ ਕਹਿੰਦੇ ਸੀਗੇ, ਇਹ ਵਿਰੋਧ ਕਰਦੇ ਰਹੇ। ਜਦੋਂ ਇਹਨਾਂ ਨੂੰ ਸਮਝ ਲੱਗਾ ਹੁਣ ਕਹਿੰਦੇ ਆ ਠੀਕ ਹੈ। ਇਹੀ ਇਦਾਂ ਦਾ ਇਹ ਕਿਸਾਨੀ ਕਾਨੂੰਨ ਹੈ। ਇਹ ਅੱਜ ਜਿੰਨਾ ਮਰਜ਼ੀ ਵਿਰੋਧ ਹੈ, ਕੱਲ ਨੂੰ ਇਹੀ ਲੋਕ ਕਹਿਣਗੇ, ਇਹ ਜਿਹੜੇ ਅੱਜ ਭੜਕਾ ਰਹੇ ਆ ਇਹ ਫੇਲ ਹੋਣਗੇ। ਔਰ ਕਿਸਾਨ ਮੇਰੇ ਵੀਰ ਜਿਹੜੇ, ਪਰ ਕਿਸਾਨਾਂ ਨੂੰ ਭਰੋਸੇ 'ਚ ਲੈਣਾ ਵੀ ਜ਼ਰੂਰੀ ਹੈ ਨਾ ਸਰੀਨ ਸਾਹਿਬ। ਕਿਸਾਨਾਂ ਨੂੰ ਭਰੋਸੇ 'ਚ ਕਿੱਦਾਂ ਲਾਓਗੇ ਤੁਸੀਂ? ਮੈਂ ਕਿਹਾ ਭਰੋਸੇ 'ਚ ਨਹੀਂ, ਅਸੀਂ ਕਿਸਾਨਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਾਂਗੇ। ਕਿਸਾਨਾਂ ਦੀ ਹਰ ਤਰੀਕੇ ਨਾਲ ਪੰਜਾਬ ਦੀ ਭਾਜਪਾ ਦੇਸ਼ ਦੀ ਸਰਕਾਰ ਦੇ ਵਿੱਚ ਭਾਗੀਦਾਰੀ ਹੋਊਗੀ। ਧੰਨਵਾਦ ਗੱਲਬਾਤ ਕਰਨ ਲਈ। ਸੋ ਦਾਅਵੇ ਤਾਂ ਕੀਤੇ ਜਾ ਰਹੇ ਨੇ ਬੀਜੇਪੀ ਦੇ ਵੱਲੋਂ। ਸੋ ਇਹਨਾਂ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਿਸਾਨਾਂ ਦੇ ਹੱਕ ਦਾ ਕਾਨੂੰਨ ਆ, ਪਰ ਕਿਸਾਨਾਂ ਨੂੰ ਸਮਝਾਵੇ ਕੌਣ,
ਕਿਉਂ ਨਹੀਂ ਭਰੋਸੇ 'ਚ ਲਿਆ ਗਿਆ? ਜਦੋਂ ਕਿਸੇ ਦੇ ਲਈ ਅਸੀਂ ਕਾਨੂੰਨ ਲਿਆਂਦਾ, ਜੇ ਅਸੀਂ ਕਹਿ ਰਹੇ ਹਾਂ ਕਿ ਉਸ ਦੇ ਫਾਇਦੇ ਲਈ ਗੱਲ ਆ, ਤਾਂ ਫਿਰ ਉਹਨਾਂ ਨੂੰ ਭਰੋਸੇ 'ਚ ਲੈਣਾ ਲਾਜ਼ਮੀ ਹੈ। ਤੇ ਜੇ ਅੱਜ ਪੰਜਾਬ ਦਾ ਬੱਚਾ ਕਿਸਾਨ, ਬਜ਼ੁਰਗ, ਨੌਜਵਾਨ ਤੇ ਇੱਕ ਗਾਇਕ ਜਾਂ ਸਾਰੇ ਜਿੰਨੇ ਵੀ ਕਲਾਕਾਰ ਆ ਉਹ ਸੜਕਾਂ ਦੇ ਉੱਪਰ ਆ, ਤੇ ਇਹਦਾ ਮਤਲਬ ਤਾਂ ਕਿਤੇ ਨਾ ਕਿਤੇ ਨਿਕਲਦਾ ਹੀ ਆ। ਹਾਲਾਂਕਿ ਇਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ ਸਭ ਕੁਝ ਪਲਾਨ ਚੱਲ ਰਿਹਾ, ਕਾਂਗਰਸ ਕਰਵਾ ਰਹੀ ਹੈ, ਪਰ ਕਿਸਾਨ ਇੱਕ ਭਾਵੁਕ ਇਨਸਾਨ ਆ। ਕਿਸਾਨ ਦੀ ਜੇ ਫਸਲ ਦੇ ਨਾਲ, ਕਿਸਾਨ ਦੀ ਜ਼ਮੀਨ ਦੇ ਨਾਲ ਜੇ ਕੋਈ ਸੌਦਾ ਕਰੂਗਾ ਤਾਂ ਉਹਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਹੋਊਗਾ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।